ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਹੋਏ ਆਵਹਿ ਨਾ ਜਾਹੇ ਨਾ ਕਬਹੂ ਮਰਤੇ। ਪਾਰ ਬ੍ਰਹਮ ਸੰਗਾਰੀ ਰੇ। ਆਪ ਲਿਏ ਲੜ ਲਾਏ ਦਰ ਦਰਵੇਸ ਸੇ। ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੜੀ ਭਾਵਨਾ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਦੇ ਨਾਲ ਬਾਬਾ ਗਮਚੁਕ ਜੀ ਕਹਿੰਦੇ ਆ, ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ, ਤਿੰਨਾਂ ਦੀ ਪਵਿੱਤਰ ਯਾਦ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਦੇ ਅੰਦਰ ਸਜੇ ਹੋਏ ਪਾਵਨ ਦੀਵਾਨਾਂ ਦੀਆਂ ਸਾਲਾਨਾ ਜੋੜ ਮੇਲੇ ਦੇ ਉੱਪਰ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿਨ੍ਹਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ ਅਸੀਂ ਇੰਨੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ
ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ। ਸਾਨੂੰ ਸਮਝ ਆ ਜਾਵੇ ਕਿ ਉਹਨਾਂ ਨੇ ਕੀ ਕਿਹਾ ਤੇ ਅਸੀਂ ਕੀ ਕਰ ਰਹੇ ਹਾਂ। ਆਓ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਰਬੱਤ ਸੰਗਤ ਬੜੀ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦਾਸ ਵੱਲੋਂ ਬੁਲਾਈ ਗੁਰੂ ਕੀ ਫਤਿਹ ਪ੍ਰੇਮ ਸਹਿਤ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਸ਼੍ਰੀਮਾਨ ਬਾਬਾ ਗਮਚੁਕ ਜੀ ਨੇ ਆਪਣੇ ਪਾਸ ਆਉਂਦੀ ਹੋਈ ਸਿੱਖ ਸੰਗਤ ਨੂੰ ਜੋੜਿਆ। ਉਹਨਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੋਇਆ ਸ੍ਰੀ ਮੂਲ ਮੰਤਰ 2-4 ਮਿੰਟ ਵਾਸਤੇ ਆਪਾਂ ਸਾਰੀ ਹੀ ਸੰਗਤ ਉੱਚੀ ਆਵਾਜ਼ ਦੇ ਵਿੱਚ ਉਸ ਨੂੰ ਜਪੀਏ। ਇੱਕ ਤਾਂ ਇਕਾਗਰਤਾ ਵੱਧ ਜਾਵੇਗੀ, ਜਿਸ ਦਾ ਲਾਭ ਇਹ ਹੋਵੇਗਾ ਕਿ ਤੁਹਾਨੂੰ ਸੁਣਨ ਦਾ ਔਰ ਮੈਨੂੰ ਸੁਣਾਉਣ ਦਾ ਹੋਰ ਵੀ ਗਹਿਰਾ ਆਨੰਦ ਆਵੇ। ਇਸ ਵਾਸਤੇ ਜਿੰਨੀ ਸੰਗਤ ਗੁਰੂ ਕੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਹੈ, ਬੜੇ ਪ੍ਰੇਮ ਦੇ ਨਾਲ ਸਰਬੱਤ ਸੰਗਤ ਉਚਾਰਨ ਕਰੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਫਿਰ ਉਚਾਰਨ ਕਰੋ ਜੀ। ਇੱਕ ਓੰਕਾਰ ਕਰਤਾ ਪੁਰਖ ਨਿਰਭਉ ਹੋਸੀ ਵੀ ਸੱਚ। ਇੱਕ ਓੰਕਾਰ। ਸਰਬੱਤ ਸੰਗਤ ਕਿਰਪਾ ਕਰੋ ਜੀ। ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ। ਆਪ ਜੀ ਨੂੰ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਾਜੇ ਨਿਵਾਜੇ ਕਵੀਸ਼ਰ ਸਹਿਬਾਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਗੁਰ ਇਤਿਹਾਸ ਕਵਿਤਾ ਦੇ ਰਾਹੀਂ ਸਾਂਝਾ ਕਰ ਰਹੇ ਸਨ। ਗੁਰਸਿੱਖੋ, ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਘਰ, ਉਸ ਦੀ ਇਹ ਮਹਾਨਤਾ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਜੇ ਕੋਈ ਪਿੰਗਲਾ ਵੀ ਭਾਵਨਾ ਰੱਖਦਾ ਹੈ ਤੇ ਉਹ ਪਰਬਤਾਂ ਨੂੰ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ। ਜੇ ਕੋਈ ਮੂਰਖ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੇ ਉੱਪਰ ਆਪਣਾ ਵਿਸ਼ਵਾਸ ਭਰੋਸਾ ਸਰਧਾ ਜਤਾਉਂਦਾ ਹੈ
ਬੇਸ਼ੱਕ ਕਿਸੇ ਸ਼ਾਸਤਰ ਦਾ ਗਿਆਨ ਨਹੀਂ ਤੇ ਦੁਨੀਆ ਦੇ ਵੱਡੇ ਵੱਡੇ ਜਿਹੜੇ ਸ਼ਾਸਤਰਕਾਰ ਲੋਕ ਹਨ ਉਹ ਉਹਨਾਂ ਦੇ ਅੱਗੇ ਗੋਡੇ ਟੇਕ ਦਿੰਦੇ। ਪੰਜੋਖਰਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੀ ਇਹ ਗਾਥਾ ਹੈ ਜਿਹੜੇ ਕਵੀਸ਼ਰ ਸਹਿਬਾਨ ਸੁਣਾ ਰਹੇ ਸਨ। ਜੋ ਅੰਬਾਲੇ ਤੋਂ ਪਹਾੜ ਦੀ ਬਾਈ ਵਾਲੇ ਪਾਸੇ ਨੂੰ ਪੈਂਦਾ ਹੈ ਇਹ ਨਗਰ। ਜਦੋਂ ਅਸੀਂ ਇਤਿਹਾਸ ਪੜ੍ਹੀਏ ਤੇ ਇਹ ਲਾਲ ਚੰਦ ਛੱਜੂ ਝੀਵਰ ਨੂੰ ਲੈ ਕਰਕੇ ਆਇਆ ਹੈ। ਜਾਤੀ ਦਾ ਝੂਰ ਹੈ, ਕੰਨਾਂ ਤੋਂ ਸੁਣਦਾ ਨਹੀਂ, ਜ਼ੁਬਾਨ ਦੇ ਨਾਲ ਬੋਲ ਨਹੀਂ ਸਕਦਾ, ਬੁੱਧੀ ਵੀ ਮੰਦ ਹੈ, ਭਾਵ ਕਿਸੇ ਗੱਲ ਦਾ ਵੀ ਇਸ ਨੂੰ ਗਿਆਨ ਨਹੀਂ। ਕਿਉਂਕਿ ਬੰਦੇ ਨੂੰ ਸਭ ਤੋਂ ਵੱਧ ਜਿਹੜਾ ਸੁਣਨ ਦੇ ਨਾਲ ਗਿਆਨ ਪ੍ਰਾਪਤ ਹੁੰਦਾ ਹੈ। ਤਾਂ ਹੀ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਿੱਖ ਨੂੰ ਇਹ ਵਚਨ ਕਿਹਾ ਗਿਆ, ਸਿੱਖਾ ਭਾਵਨਾ ਦੇ ਨਾਲ ਗੁਰੂ ਦੁਆਰੇ ਆ। ਰੱਬ ਨੇ ਜੇ ਤੈਨੂੰ ਇਹ ਕੰਨ ਸੁਣੇ ਹਨ ਦਿੱਤੇ ਹਨ ਤੇ ਇਹਨਾਂ ਕੰਨਾਂ ਦੇ ਨਾਲ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਪ੍ਰਾਪਤ ਕਰ, ਜਿਹੜਾ ਤੇਰੇ ਜੀਵਨ ਸਫਲ ਕਰਨ ਦਾ ਕਾਰਨ ਬਣੇਗਾ। ਪਰ ਨਾ ਚੰਗੀ ਤਰ੍ਹਾਂ ਦੇਖ ਸਕਦਾ ਹੈ, ਨਾ ਚੰਗੀ ਤਰ੍ਹਾਂ ਬੋਲ ਸਕਦਾ ਹੈ, ਨਾ ਚੰਗੀ ਤਰ੍ਹਾਂ ਸੁਣ ਸਕਦਾ ਹੈ। ਬੁੱਧੀ ਵੀ ਇੰਨੀ ਕੰਮ ਨਹੀਂ ਕਰਦੀ ਕਿ ਕਿਸੇ ਦੇ ਕੀਤੇ ਹੋਏ ਪ੍ਰਸ਼ਨ ਦਾ ਜੋ ਉਹ ਜਵਾਬ ਦੇ ਸਕੇ। ਲਾਲ ਚੰਦ ਜਿਹੜਾ ਹੰਕਾਰੀ ਬ੍ਰਾਹਮਣ ਸੀ, ਇਸ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਾਹਮਣੇ, ਜਿੱਥੇ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਮੌਜੂਦ ਹੈ, ਇਸ ਛੱਜੂ ਨਾਮੇ ਝੀਵਨ ਨੂੰ ਲਿਆਣ ਕੇ ਬਿਠਾਇਆ ਤੇ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਪਹਿਲੋਂ ਵੀ ਇਹ ਬੋਲ ਕਹੇ ਸੀ ਕਿ ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ ਲਿਖਾਇਆ ਹੋਇਆ ਹੈ। ਤੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਗੀਤਾ ਉਚਾਰੀ ਹੈ, ਉਸ ਦੇ 18 ਅਧਿਆਏ ਹਨ। ਜੇ ਆਪਣੇ ਆਪ ਨੂੰ ਤੁਸੀਂ ਹਰਿਕ੍ਰਿਸ਼ਨ ਸਦਵਾਉਂਦੇ ਹੋ, ਇਸ ਗੀਤਾ ਦੇ ਅਰਥ ਤੇ ਕਰੋ। ਤੁਹਾਡੇ ਕਹਿਣ ਦੇ ਮੁਤਾਬਕ ਮੈਂ ਇਸ ਨਗਰ ਦੇ ਵਿੱਚੋਂ ਫਿਰ ਕੇ ਇਹ ਮਨੁੱਖ ਲੈ ਕੇ ਆਇਆ ਹਾਂ। ਦਿਖਾਓ ਆਪਣੀ ਸ਼ਕਤੀ, ਦਿਖਾਓ ਆਪਣੀ ਕਰਾਮਾਤ ਕਿ ਇਹ ਮੇਰੇ ਉਚਾਰਨ ਕੀਤੇ ਹੋਏ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਸੁਣਾਵੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਛੋਟੀ ਸੀ ਛਿੜੀ ਸੀ। ਛੱਜੂ ਝੀਵਰ ਦੇ ਸਿਰ ਦੇ ਉੱਪਰ ਇਹ ਛਿੜੀ ਰੱਖੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਇੱਕ ਬਚਨ ਹੈ, ਤਾਹੇ ਕਹਾਂ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਉਹਨੂੰ ਸੰਸਾਰ ਦੇ ਵੱਡੇ ਵੱਡੇ ਲੋਕਾਂ ਦੀ ਪਰਵਾਹ ਕੀ, ਜਿਸ ਦੇ ਸਿਰ ਦੇ ਉੱਪਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਹੱਥ ਟਿਕਾ ਦਿੱਤੇ। ਇਹ ਐਸੀਆਂ ਘਟਨਾਵਾਂ ਜਾਂ ਇਸ ਪ੍ਰਕਰਨ ਦੇ ਨਾਲ ਜਿਹੜੀਆਂ ਸੰਬੰਧਿਤ ਸਾਖੀਆਂ ਹਨ, ਉਹ ਸਾਡੇ ਇਤਿਹਾਸ ਦੇ ਵਿੱਚ ਇੱਕ ਨਹੀਂ, ਸਮੇਂ ਦੇ ਮੁਤਾਬਕ ਸਾਡੇ ਗੁਰ ਇਤਿਹਾਸ ਦੇ ਵਿੱਚ ਉਹ ਜਗ੍ਹਾ ਮੱਲੀ ਬੈਠੀਆਂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਪ੍ਰੇਮਾ ਕੋੜੀ ਹੋਇਆ, ਜਿਹਦਾ ਸਰੀਰ ਸਾਰਾ ਗੜਿਆ ਹੋਇਆ ਹੈ, ਕੋੜ ਦਾ ਰੋਗ ਹੈ। ਸਰੀਰ ਦੇ ਵਿੱਚੋਂ ਪਾਕ ਵਹਿੰਦੀ ਹੈ, ਸਵਾਏ ਜ਼ੁਬਾਨ ਬੋਲਣ ਤੋਂ ਹੋਰ ਸਰੀਰ ਦਾ ਕੋਈ ਵੀ ਅੰਗ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਉਸ ਦੇ ਉੱਪਰ ਦਇਆ ਹੋਈ ਗੁਰੂ ਕੀ ਸੰਗਤ ਦੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਸਿੱਖ ਸੰਗਤ ਇਸ ਪ੍ਰੇਮੇ ਕੋੜੀ ਨੂੰ ਲੈ ਕਰਕੇ ਗਈ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਦਰਬਾਰ ਸਜਦਾ ਹੈ ਨਾ, ਉਸ ਦਰਬਾਰ ਦੇ ਸਾਹਮਣੇ ਮੇਨ ਗੇਟ ਦੇ ਉੱਪਰ ਬੈਠਦਾ ਹੈ।
ਸਾਡੇ ਗੁਰ ਇਤਿਹਾਸ ਦੇ ਬਚਨ ਹਨ। ਆਪਣੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਜੋ ਬੋਲ ਕਹਿੰਦਾ ਹੈ, ਰਾਗ ਕਬਿਤ ਨ ਬਾਣੀ ਜਾਣੈ, ਬਿਨ ਜਾਣਤ ਹੀ ਬਾਤ ਬਖਾਨੈ, ਕਹੇ ਦ੍ਰਿਸ਼ਟਾਂਤ ਬਾਗ ਕਿਛ ਮੋਟਾ, ਅਬ ਮੁਝ ਲੱਧਾ ਗਿਆ ਕਛੋਟਾ। ਜਿਸ ਦਾ ਅਰਥ ਬਣਦਾ ਹੈ ਕਿ ਜਿਹੜੀ ਚੀਜ਼ ਮੇਰੇ ਕੋਲੋਂ ਗਵਾਚ ਗਈ ਉਹ ਮੈਨੂੰ ਫਿਰ ਪ੍ਰਾਪਤ ਹੋ ਗਈ, ਉਹ ਮੈਨੂੰ ਫਿਰ ਮਿਲ ਗਈ ਹੈ। ਸਿੱਖ ਸੰਗਤ ਨੇ ਇਹ ਬੋਲ, ਇਹ ਬਚਨ ਇਹਨਾਂ ਦੇ ਪਾਸੋਂ ਬਾਰ-ਬਾਰ ਸੁਣੇ, ਕਿਉਂਕਿ ਰਸ ਸੀ ਜ਼ੁਬਾਨ ਦੇ ਵਿੱਚ। ਤੇ ਸੰਗਤ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਦੇ ਬਹੁਤ ਜ਼ਿਆਦਾ ਕਰੀਬ ਹੋ, ਬੇਨਤੀ ਕਰੋ ਜਿਹੜਾ ਇਸ ਪ੍ਰੇਮੀ ਕੋੜੀ ਦੇ ਸਰੀਰ ਦੇ ਉੱਪਰ ਕਸ਼ਟ ਹੈ ਨਾ, ਇਸ ਦੀ ਨਿਵਰਤੀ ਕਰੋ। ਇਹ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ। ਸਾਡੇ ਸਿੱਖ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੇਨਤੀ ਕੀਤੀ। ਇਤਿਹਾਸ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਜਿਹਦੇ ਸਾਰੇ ਸਰੀਰ ਦੇ ਵਿੱਚੋਂ ਪਾਕ ਤੇ ਲਹੂ ਮਿਲ ਕੇ ਵਗਦਾ ਸੀ, ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਜਿੱਥੇ ਗੁਰਦੁਆਰਾ ਚੌਬੱਚਾ ਸਾਹਿਬ ਹੈ, ਸ੍ਰੀ ਗੋਇੰਦਵਾਲ ਸਾਹਿਬ, ਸਤਿਗੁਰੂ ਨੇ ਹੁਕਮ ਕੀਤਾ ਇਸ ਜਲ ਦੇ ਨਾਲ ਇਸ ਦਾ ਇਸ਼ਨਾਨ ਕਰਾਇਆ ਜਾਵੇ। ਇਸ਼ਨਾਨ ਕਰਾਇਆ। ਸਤਿਗੁਰੂ ਸਾਹਿਬ ਜੀ ਦੇ ਇਸ਼ਨਾਨ ਕੀਤਾ ਹੋਇਆ ਜਲ ਜਿਵੇਂ ਜਿਵੇਂ ਭਾਈ ਪ੍ਰੇਮੇ ਦੇ ਸਰੀਰ ਦੇ ਉੱਪਰ ਪੈਂਦਾ ਹੈ ਨਾ, ਤਿਵੇਂ ਤਿਵੇਂ ਇਸ ਦਾ ਜਿਹੜਾ ਕੋੜ ਦਾ ਰੋਗ ਹੈ ਉਹ ਨਿਵਰਤ ਹੋਈ ਜਾ ਰਿਹਾ। ਆਖੋ ਸਤਨਾਮ, ਫਿਰ ਗੱਜ ਕੇ ਆਖੋ ਸਤਨਾਮ। ਐਸੇ ਇੱਕ ਕੌਤਕ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਮੰਗਲ ਦੇ ਵਿੱਚ ਜਿਹੜੇ ਪਾਵਨ ਪਵਿੱਤਰ ਬਚਨ ਕਹੇ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਕੀ ਸੰਗਤ ਦੀ ਇੰਨੀ ਵੱਡੀ ਮਹਾਨਤਾ ਹੈ, ਜਿਹੜਾ ਭਾਵਨਾ ਗੁਰੂ ਦੇ ਉੱਪਰ ਰੱਖਦਾ ਹੈ ਨਾ, ਉਹ ਚਾਹੇ ਪਿੰਗਲਾ ਹੋਵੇ ਉਹ ਵੀ ਪਰਬਤਾਂ ਨੂੰ ਪਾਰ ਕਰਨ ਦੀ ਸਮਰੱਥਾ ਰੱਖਦਾ। ਜਿੱਡਾ ਵਰਜੀ ਸੰਸਾਰ ਦੇ ਵਿੱਚ ਸ਼ਾਸਤਰ ਗਿਆਨ ਤੋਂ ਸਖਣਾ ਮਨੁੱਖ, ਜਿਸ ਨੂੰ ਅਸੀਂ ਮੂਰਖ ਕਹਿ ਦਿੰਨੇ ਆ, ਜਿਹਨੂੰ ਅਸੀਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹੋ ਤੈਨੂੰ ਤੇ ਗੱਲ ਕਰਨ ਦਾ ਵੀ ਨਹੀਂ ਪਤਾ, ਪਰ ਜਦੋਂ ਭਾਵਨਾ ਸਮਰੱਥ ਗੁਰੂ ਦੇ ਉੱਪਰ ਰੱਖੇ, ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰੇ, ਮਹਾਰਾਜ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਤੇ ਫਿਰ ਗੁਰਵਾਸ ਨਾ ਭਰਿਆ ਰੇ। ਇਵੇਂ ਭਾਵਨਾ ਗੁਰੂ ਦੇ ਉੱਪਰ ਜਤਾਏ ਕਿ ਉਹ ਮੂਰਖ ਤੋਂ ਮੂਰਖ ਬੰਦਾ, ਸ਼ਾਸਤਰ ਗਿਆਨ ਤੋਂ ਸਖਣਾ ਬੰਦਾ ਸੰਸਾਰ ਦੇ ਵਿੱਚ ਵੱਡੇ ਵੱਡੇ ਆਲਮ ਫਾਜ਼ਲ ਲੋਕਾਂ ਨੂੰ ਗੋਡੇ ਟਿਕਾਉਣ ਦੀ ਸਮਰੱਥਾ ਰੱਖਦਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ੍ਰੀ ਪੌਂਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਬਿਰਾਜਮਾਨ ਹਨ। ਬੜੇ ਪ੍ਰੇਮ ਦੇ ਨਾਲ ਬਚਨ ਸੁਣਨ ਵਾਲੇ ਹਨ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਜੇ ਹੋਏ ਦੀਵਾਨ ਦੇ ਵਿੱਚ 52 ਕਵੀਆਂ ਦੇ ਵਿੱਚੋਂ ਇੱਕ ਕਵੀ ਨੇ ਆਪਣੀ ਕਵਿਤਾ ਲਿਖੀ ਹੈ, ਜਿਸ ਕਵੀ ਦਾ ਨਾਮ ਚੰਦਨ ਕਰਕੇ ਆਉਂਦਾ ਹੈ। ਇਹਨੇ ਇੱਕ ਕਵਿਤਾ ਲਿਖੀ ਜਿੱਥੇ ਮਨੁੱਖ ਨੂੰ ਜਾਤੀ ਦਾ ਅਭਿਮਾਨ ਹੁੰਦਾ ਹੈ, ਜਿੱਥੇ ਮਨੁੱਖ ਨੂੰ ਧਨ ਦਾ ਅਭਿਮਾਨ ਹੁੰਦਾ ਹੈ, ਉੱਥੇ ਮਨੁੱਖ ਨੂੰ ਆਪਣੀ ਵਿਦਿਆ ਦਾ ਵੀ ਹੰਕਾਰ ਹੁੰਦਾ ਹੈ। ਤਾਂ ਐਸਾ ਜਿਹੜਾ ਵਿਦਿਆ ਦਾ ਹੰਕਾਰ ਕਰਨ ਵਾਲਾ ਮਨੁੱਖ ਹੈ ਨਾ, ਉਸ ਨੂੰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਗਧੇ ਦਾ ਖਿਤਾਬ ਦਿੱਤਾ ਹੋਇਆ। ਭਾਰਤ ਵਰਸ਼ ਦਾ ਇਤਿਹਾਸ ਪੜ੍ਹੀਏ ਤੇ ਪ੍ਰਮਾਤਮਾ ਦਾ ਪਿਆਰਾ ਪੁੱਜਾ ਹੋਇਆ ਇੱਕ ਰੱਬ ਦਾ ਸਾਧੂ, ਜਿਸ ਦਾ ਨਾਮ ਰਿਸ਼ੀ ਜਗਿਆ ਵਲਕ ਕਰਕੇ ਆਉਂਦਾ ਹੈ। ਜਗਿਆ ਵਲਕ ਰਿਸ਼ੀ ਦੇ ਸਾਹਮਣੇ ਉਹਦੀ ਦੁਰਭਾਸ਼ਾ ਲਿਖੀ ਜਾ ਰਿਹਾ ਸੀ ਤੇ ਜਗਿਆ ਵਲਕ ਨੇ ਉੱਚੀ ਸਾਰੀ ਬੋਲ ਕੇ ਗਰਦ ਬਗਸਤੀ
ਵੀ ਗਧਾ ਤੁਰਿਆ ਜਾ ਰਿਹਾ। ਦੁਰਵਾਸ਼ਾ ਕ੍ਰੋਧੀ ਸੀ, ਗੁਰਬਾਣੀ ਤੁਸੀਂ ਪੜ੍ਹਦੇ ਹੋ। ਦੁਰਵਾਸ਼ਾ ਰਿਸ਼ੀ ਖਲੋ ਕੇ ਕਹਿਣ ਲੱਗਾ, ਓਏ ਰਿਸ਼ੀਆ, ਇੰਨਾ ਭਾਰੀ ਮੈਨੂੰ ਸ਼ਾਸਤਰਾਂ ਦਾ ਗਿਆਨ, ਵੱਡੇ ਵੱਡੇ ਜਿਹੜੇ ਵਿਦਵਾਨ ਹਨ ਮੇਰੇ ਅੱਗੇ ਗੋਡੇ ਟੇਕਦੇ ਹਨ, ਤੇ ਤੂੰ ਮੈਨੂੰ ਕਹੀ ਜਾ ਰਿਹਾ ਗਧਾ ਤੁਰਿਆ ਜਾ ਰਿਹਾ, ਕੀ ਕਾਰਨ? ਕਹਿੰਦੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਕੇ ਦੁਰਵਾਸ਼ਾ ਦੁਨੀਆ ਦੇ ਲੋਕ ਕਿਸੇ ਕੁੱਲ ਦਾ ਬੇੜਾ ਗਰਕ ਨਹੀਂ ਕਰਦੇ। ਕੀ ਸੀ ਜੇ ਬੱਚਿਆਂ ਦੇ ਨਾਲ ਤੇਰੇ ਮਸ਼ਕਰੀ ਕਰਤੀ ਤੇ ਤੂੰ ਉਹਨਾਂ ਦੀ ਕੁੱਲ ਨੂੰ ਹੀ ਸਰਾਫ ਦੇਤਾ। ਜਿਹੜੀ ਜਾਦਵ ਕੁੱਲ ਸੀ ਉਸ ਨੂੰ ਸੰਸਾਰ ਤੇ ਨਾਮੋ ਨਿਸ਼ਾਨ ਹੀ ਮਿਟਾਤਾ, ਫਨਾਈ ਕਰਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਵੀ ਐਸਾ ਬਚਨ ਕਿਹਾ। ਮਾਰੇ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬੋਇਨ ਗੁਣ ਗਰਭ ਕਰਮ। ਜਿਸ ਵੇਲੇ ਚੰਦਨ ਕਵੀ ਨੇ ਕਵਿਤਾ ਲਿਖੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਿਆ। ਕਹਿਣ ਲੱਗਾ, ਮਹਾਰਾਜ ਜਿਹੜੀ ਮੈਂ ਕਵਿਤਾ ਉਚਾਰੀ ਹੈ ਨਾ, ਇਸ ਦਾ ਅਰਥ ਸਵਾਏ ਤੁਹਾਡੇ ਤੋਂ ਜਿਹੜੇ ਬਾਕੀ ਦੇ ਤੁਹਾਡੇ ਨਿਕਟਵਰਤੀ ਕਵੀ ਹਨ ਉਹਨਾਂ ਦੇ ਵਿੱਚੋਂ ਇੱਕ ਕਵੀ ਵੀ ਨਹੀਂ ਕਰ ਸਕਦਾ। ਕਿਉਂਕਿ ਪਿੰਗਲ ਦੇ ਆਸਰੇ ਐਸੇ ਅੱਖਰ ਮੈਂ ਉਸ ਕਵਿਤਾ ਦੇ ਵਿੱਚ ਲਿਖੇ, ਐਸੇ ਅਲਫਾਜ਼ ਪਾਏ ਹਨ ਜਿਨ੍ਹਾਂ ਦੇ ਅਰਥ ਕਰਨੇ ਬਾ ਮੁਸ਼ਕਲ ਹਨ, ਬਹੁਤ ਮੁਸ਼ਕਲ ਹਨ, ਕਠਿਨ ਹਨ, ਛੇਤੀ ਕੀਤਿਆਂ ਕੋਈ ਕਰ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸਨ ਕਿ ਇਸ ਚੰਦਨ ਕਵੀ ਨੂੰ ਇਸ ਨੇ ਜੋ ਕਵਿਤਾ ਲਿਖੀ ਹੈ ਉਸ ਦਾ ਫਤੂਰ, ਉਸ ਦਾ ਹੰਕਾਰ ਇਸ ਦੇ ਦਿਮਾਗ ਨੂੰ ਚੜਿਆ ਹੋਇਆ ਹੈ ਤੇ ਉਹ ਹੰਕਾਰ ਇਸ ਦੇ ਕੋਲੋਂ ਬੋਲੀ ਬੁਲਵਾ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤੁਸੀਂ ਪੜ੍ਹੀ ਔਰ ਸੁਣੀ ਹੋਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਸਮਰੱਥ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਉੱਪਰ ਜਿਹੜਾ ਹੰਕਾਰੀ ਬੰਦਾ ਹੈ ਨਾ, ਜਿੰਨੀ ਮਰਜ਼ੀ ਵੱਡੀ ਰਕਮ ਦੇ ਦਵੇ, ਜਿੰਨੀ ਮਰਜ਼ੀ ਵੱਡੀ ਸੇਵਾ ਕਰ ਲਵੇ, ਪਰ ਗੁਰਬਾਣੀ ਦਾ ਅਟਲ ਫੈਸਲਾ ਹੈ ਉਹ ਪ੍ਰਵਾਨ ਨਹੀਂ। ਇਹ ਗੱਲ ਕੱਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ, ਮਾਰੇ ਕਹਿੰਦੇ ਵੇਦ ਕੂਕ ਸੁਣਾਵੇ। ਚਾਰ ਵੇਦ ਹਨ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ ਔਰ ਅਥਰਵਣ ਵੇਦ। ਉਹਨਾਂ ਚੌਹਾਂ ਰਿਗ ਵੇਦਾਂ ਦਾ ਜਿਹੜਾ 1 ਲੱਖ ਸ਼ਲੋਕ ਹੈ, ਉਹਨਾਂ ਸ਼ਲੋਕਾਂ ਦੇ ਵਿੱਚ ਕਿਤੇ ਕਿਤੇ ਵੀ ਸਤਿਗੁਰੂ ਕਹਿੰਦੇ ਇਹ ਗੱਲ ਲਿਖੀ ਹੋਈ ਮਿਲਦੀ ਹੈ। ਉਹਨਾਂ ਸ਼ਲੋਕਾਂ ਦੇ ਵਿੱਚ ਵੀ ਇਹ ਗੱਲ ਮੌਜੂਦ ਹੈ ਕਿ ਜਿਹੜਾ ਰੱਬ ਹੈ ਉਸ ਨੂੰ ਹੰਕਾਰ ਪਾਉਂਦਾ ਨਹੀਂ, ਤੇ ਰੱਬ ਦੇ ਸਰਗੁਣ ਸਵਰੂਪ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ। ਉਹਨਾਂ ਦੇ 9ਵੀਂ ਜਗ੍ਹਾ ਦੇ ਉੱਪਰ ਗੱਦੀ ਦੇ ਵਾਰਸ ਹਨ ਧੰਨ ਦਸ਼ਮੇਸ਼ ਪਿਤਾ ਜੀ। ਮਹਾਰਾਜ ਮੁਸਕਰਾਉਂਦੇ ਹੋਏ ਕਹਿਣ ਲੱਗੇ, ਚੰਦਨਾ ਕਵਿਤਾ ਤੇ ਉਚਾਰ ਕੀ ਲਿਖਿਆ ਹੋਇਆ ਹੈ, ਕੀ ਐਸੀ ਛੰਦਾਬੰਦੀ ਕਰਤੀ ਹੈ ਜਿੰਦੇ ਕਹਿ ਰਿਹਾ ਹੈ ਕਿ ਕੋਈ ਅਰਥ ਹੀ ਨਹੀਂ ਕਰ ਸਕਦਾ। ਤਾਂ ਉਸ ਵੇਲੇ ਜਿਹੜੀ ਚੰਦਨ ਨੇ ਕਵਿਤਾ ਉਚਾਰੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਦੇ ਨਾਲ ਚੰਦਨ ਦੀ ਉਚਾਰੀ ਹੋਈ ਕਵਿਤਾ ਨੂੰ ਸੁਣਿਆ। ਉਹ ਕਵਿਤਾ ਕੀ ਸੀ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ। ਕਵਿਤਾ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਉਣ ਲੱਗ ਪਏ, ਖੁਸ਼ ਹੋ ਗਏ। ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਚੰਦਨ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਮਖੌਲ ਕਰ ਰਹੇ ਜਾਪਦੇ ਹੋ, ਮੈਂ ਤੁਹਾਨੂੰ ਕਵਿਤਾ ਉਚਾਰਨ ਕਰਕੇ ਦਰਸਾਈ ਹੈ ਜਿਸ ਦੇ ਅਰਥ ਬੜੇ ਗਹਿਰੇ ਹਨ ਤੇ ਤੁਸੀਂ ਕੋਈ ਖਾਸ ਧਿਆਨ ਹੀ ਨਹੀਂ ਦਿੱਤਾ, ਮੁਸਕਰਾਈ ਜਾ ਰਹੇ ਸੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਭਲਿਆ ਚੰਦਰਾ, ਤੂੰ ਤੇ ਕਹਿੰਦਾ ਸੀ ਇਹ ਜਿਹੜੀ ਕਵਿਤਾ ਹੈ ਇਸ ਦੇ ਅਰਥ ਤੁਹਾਡੇ 51 ਕਵੀਆਂ ਦੇ ਵਿੱਚੋਂ ਕੋਈ ਨਹੀਂ ਕਰ ਸਕਦਾ, ਪਰ ਜੈਸੀ ਕਵਿਤਾ ਤੂੰ ਉਚਾਰੀ ਹੈ ਇਸ ਕਵਿਤਾ ਦੇ ਅਰਥ ਤੇ ਸਾਡਾ ਅਸਤ ਵੇਲੇ ਦੇ ਵਿੱਚ, ਜਿਸ ਨੂੰ ਅਸੀਂ ਤਬੇਲਾ ਕਹਿ ਰਹੇ ਹਾਂ,
ਉਸ ਦੇ ਵਿੱਚ ਘੋੜਿਆਂ ਦੀ ਸੇਵਾ ਕਰਨ ਵਾਲਾ ਭਾਈ ਧੰਨਾ ਸਿੰਘ ਕਰ ਸਕਦਾ। ਚੰਦਨ ਫੇਰ ਕਹਿ ਲੱਗਾ, ਮਹਾਰਾਜ ਬੜੀ ਅਣਹੋਈ ਬਾਤ ਕਹੀ ਹੈ। ਮੈਂ ਕਹਿਣਾ ਹਾਂ ਜਿਹਨੂੰ ਪਿੰਗਲ ਦਾ ਗਿਆਨ ਹੈ, ਜਿਹੜੇ ਕਵੀ ਨਿਤ ਨਵੀਆਂ ਕਵਿਤਾ ਤੁਹਾਡੇ ਚਰਨਾਂ ਦੇ ਵਿੱਚ ਖਲੋ ਕੇ ਉਚਾਰਦੇ ਹਨ, ਉਹਨਾਂ ਨੂੰ ਵੀ ਇਸ ਕਵਿਤਾ ਦੇ ਅਰਥਾਂ ਦੇ ਬਾਰੇ ਗਿਆਨ ਨਹੀਂ ਹੋ ਸਕਦਾ। ਤੇ ਤੁਸੀਂ ਉਸ, ਚਾਹੇ ਤੁਹਾਡਾ ਸਿੱਖ ਹੈ, ਸਿੰਘ ਹੈ, ਉਸ ਦਾ ਨਾਮ ਲੈ ਰਹੇ ਹੋ ਜਿਹਨੂੰ ਇੱਕ ਓੰਕਾਰ ਵੀ ਸ਼ਾਇਦ ਚੰਗੀ ਤਰ੍ਹਾਂ ਕਹਿਣਾ ਨਾ ਆਉਂਦਾ। ਐਵੇਂ ਕਹਿ ਲਵਾਂ ਜਿਹੜਾ ਪਿੰਗਲ ਸ਼ਸਤਰ ਤੋਂ ਸਖਣਾ ਹੈ, ਜਿਹਨੂੰ ਢੰਗ ਤਰੀਕਾ ਵੀ ਪਤਾ ਨਹੀਂ ਵੀ ਕਿਵੇਂ ਕਵਿਤਾ ਉਚਾਰਨੀ ਹੈ, ਕਿਵੇਂ ਲਿਖਣੀ ਹੈ, ਉਹ ਮੇਰੀ ਕਵਿਤਾ ਦੇ ਅਰਥ ਕਿਵੇਂ ਕਰੇਗਾ। ਮਹਾਰਾਜ ਕਹਿਣ ਲੱਗੇ, ਚੰਦਨਾ ਜੇ ਸ਼ੱਕ ਹੈ ਤੇ ਜਾਸਤ ਵੇਲੇ ਦੇ ਵਿੱਚ ਮਾਰ ਭਾਈ ਧੰਨਾ ਸਿੰਘ ਨੂੰ ਆਵਾਜ਼, ਜਿਹੜੀ ਉਚਾਰਨ ਕੀਤੀ ਹੋਈ ਤੇਰੀ ਕਵਿਤਾ ਹੈ ਉਹਨੂੰ ਅਰਥ ਕਰੇਗਾ, ਸਾਡੇ ਦਰਬਾਰ ਦੇ ਵਿੱਚ ਸੱਦ ਕੇ ਲਿਆ। ਚੰਦਨ ਕਵੀ ਆਪ ਤੁਰ ਕੇ ਗਿਆ, ਕਿਉਂਕਿ ਉਸ ਨੂੰ ਹੰਕਾਰ ਸੀ, ਉਸ ਨੂੰ ਇਹ ਮਾਣ ਸੀ ਵੀ ਕੋਈ ਵਿਦਵਾਨ ਨਹੀਂ ਕਵਿਤਾ ਦੇ ਅਰਥ ਕਰ ਸਕਦਾ। ਭਾਈ ਧੰਨਾ ਸਿੰਘ ਜਿਹੜਾ ਘਾਈ ਹੈ, ਘੋੜਿਆਂ ਨੂੰ ਘਾਹ ਪਾਉਣ ਵਾਲਾ ਹੈ, ਉਸਨੇ ਮੇਰੀ ਉਚਾਰਨ ਕੀਤੀ ਹੋਈ ਕਵਿਤਾ ਦੇ ਕੀ ਅਰਥ ਕਰਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਮੁਤਾਬਕ ਚੰਦਨ ਨੇ ਭਾਈ ਧੰਨਾ ਸਿੰਘ ਨੂੰ ਆਵਾਜ਼ ਮਾਰੀ, ਤੇ ਜੋ ਗੁਰ ਇਤਿਹਾਸ ਦੇ ਵਿੱਚ ਬਚਨ ਲਿਖਿਆ ਮਿਲਦਾ ਹੈ ਕਿ ਖੱਬੀ ਕੱਛ ਦੇ ਵਿੱਚ ਤਪੜੀ ਸੀ, ਤੱਪੜ ਸੀ, ਸੱਜੀ ਹੱਥ ਦੇ ਵਿੱਚ ਭਾਈ ਧੰਨਾ ਸਿੰਘ ਦੇ ਦਾਤਰੀ ਹੈ, ਸਿਰ ਦੇ ਉੱਪਰ ਸਿੱਧਾ ਜਿਹਾ ਮੜਾਸਾ ਬੱਧਾ ਹੋਇਆ ਹੈ, ਸਿਰ ਦੇ ਉੱਪਰ ਸਿੱਧਾ ਜਿਹਾ ਪਰਨਾ ਬੰਨਿਆ ਹੋਇਆ ਹੈ, ਦਸਤਾਰ ਸਜਾਈ ਹੋਈ ਹੈ। ਤੇ ਚੰਦਨ ਨੇ ਆਵਾਜ਼ ਦਿੱਤੀ, ਭਾਈ ਧੰਨਾ ਸਿੰਘਾ ਕਿੱਧਰ ਚੱਲਿਆ ਹੈ? ਕਹਿਣ ਲੱਗਾ, ਗੁਰੂ ਕੇ ਘੋੜਿਆਂ ਦੇ ਵਾਸਤੇ ਘਾਹ ਲੈਣ ਦੇ ਵਾਸਤੇ। ਤੈਨੂੰ ਤੇਰੇ ਸਤਿਗੁਰੂ ਨੇ ਦਰਬਾਰ ਦੇ ਵਿੱਚ ਸੱਦਿਆ ਹੈ। ਵੇਖੋ ਗੁਰੂ ਦਾ ਸਿੱਖ ਕਿੰਨੀ ਹੁਕਮ ਦੀ ਤਾਮੀਲ ਕਰਦਾ ਹੈ। ਇਹ ਨਹੀਂ ਸੋਚਿਆ ਹੁਣ ਅਸੀਂ ਗੁਰਦੁਆਰੇ ਜਾਈਏ ਤੇ ਸੋਚਦੇ ਹਾਂ ਕਿ ਕਿਹੜੀ ਪੱਗ ਦੇ ਨਾਲ ਕਿਹੜਾ ਵਸਤਰ ਪਾਵਾਂਗੇ ਜਿਹੜਾ ਸੰਗਤ ਦੇ ਵਿੱਚ ਸੋਹਣਾ ਲੱਗੇ ਤੇ ਅਸੀਂ ਸੋਹਣੇ ਲੱਗੀਏ। ਮੈਂ ਗੁਰਸਿੱਖੋ ਇਹ ਆਮ ਸਟੇਜਾਂ ਦੇ ਉੱਪਰ ਬਚਨ ਕਹਿੰਦਾ ਹੁੰਨਾ, ਗੁਰਬਾਣੀ ਦੇ ਵਿੱਚ ਸਤਿਗੁਰੂ ਦੇ ਦਰ ਘਰ ਦੇ ਵਿੱਚ ਸਿੱਖ ਉਹ ਪ੍ਰਵਾਨ ਹੈ ਜਿਹੜਾ ਹੁਕਮ ਮੰਨਦਾ। ਤੇ ਹੁਕਮ ਮੰਨਣ ਦੀ ਕਿੱਡੀ ਕੁ ਵੱਡੀ ਬਖਸ਼ਿਸ਼ ਹੈ। ਕੱਲ ਦੇ ਦਿਨ ਜਿਹੜਾ ਬੀਤ ਚੁੱਕਾ ਦਿਨ ਹੈ, ਭਾਦੋਂ ਸੁਦੀ ਦਸਵੀਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਰੀਰ ਰੂਪੀ ਚੋਲਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਤਿਆਗਿਆ। ਗੁਰਬਾਣੀ ਦਾ ਇਹ ਬਚਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸ। ਜਿਹੜਾ ਭਾਵਨਾ ਦੇ ਨਾਲ ਸਿੱਖ ਗੁਰੂ ਦਾ ਹੁਕਮ ਮੰਨ ਲੈਂਦਾ ਨਾ, ਸਤਿਗੁਰੂ ਉਸ ਨੂੰ ਆਪਣੇ ਵਰਗਾ ਬਣਾ ਦਿੰਦੇ। ਹੁਣ ਜਿਨ੍ਹਾਂ ਦੇ ਪਾਵਨ ਅਸਥਾਨਾਂ ਤੇ ਅਸੀਂ ਜੁੜ ਮਿਲ ਬੈਠੇ ਆ, ਇਹਨਾਂ ਗੁਰੂ ਨਾਨਕ ਦੀ ਸਿੱਖੀ ਕਮਾਈ ਹੈ, ਹੋਰ ਤੇ ਕੋਈ ਸੰਸਾਰ ਦੇ ਵਿੱਚ ਕਰਮ ਨਹੀਂ ਕੀਤਾ। ਪਰ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ, ਜੇ ਕਿਹਾ ਉਹ ਜੀਵ ਹੱਤਿਆ ਨਾ ਕਰੋ, ਤੇ ਇਹਨਾਂ ਮਹਾਂਪੁਰਖਾਂ ਨੇ ਸਾਡੇ ਭੁੱਲੇ ਭਟਕੇ ਲੋਕਾਂ ਨੂੰ ਕਿਹਾ, ਓਏ ਸੂਰ ਮਾਰ ਮਾਰ ਕੇ ਨਾ ਖਾਈ ਜਾਓ। ਐਸਾ ਸਿੱਖ ਗੁਰੂ ਨਾਨਕ ਦੇ ਘਰ ਚ ਪ੍ਰਵਾਨ ਨਹੀਂ, ਤੁਸੀਂ ਸਿੱਖ ਹੋ। ਦੁਨੀਆ ਦੇ ਲੋਕ ਉਹਨਾਂ ਦੀ ਸੰਸਾਰ ਦੇ ਵਿੱਚ ਪੂਜਾ ਕਮਾਉਂਦੇ ਕਰਦੇ ਹਨ, ਜਿਹੜੇ ਗੁਰੂ ਦਾ ਹੁਕਮ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਹਨ। ਤੇ ਬੜੇ ਇਹ ਵੀ ਕਹਿੰਦੇ ਵੀ ਗੁਰੂਆਂ ਦੇ ਜਿਹੜੇ ਦਿਹਾੜੇ ਉਹ ਤੇ ਨਹੀਂ ਮਨਾਏ ਜਾਂਦੇ, ਪਰ ਸਾਧਾਂ ਦੀਆਂ ਬਰਸ਼ੀਆਂ ਮਨਾਉਂਦੇ ਹਨ ਲੋਕ। ਪਰ ਗੱਲੇ ਭਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਪੜੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਸਾਧ ਬਣ ਗਿਆ, ਜਿਨੇ ਜੀਵਨ ਕਾਲ ਦੇ ਦਰਮਿਆਨ ਗੁਰੂ ਦੀ ਪੂਜਾ ਕਰਾਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਨ ਨਾਨਕ ਸਤਿਗੁਰ ਪੂਜਿਆ
ਤਿਨ ਹਰ ਪੂਜ ਕਰਾਵਾਂ। ਜਿਨ੍ਹਾਂ ਨੇ ਸਰੀਰ ਕਰਕੇ ਗੁਰੂ ਪੂਜਿਆ, ਜਿਨ੍ਹਾਂ ਨੇ ਸਰੀਰ ਕਰਕੇ ਜੀਵਨ ਦੇ ਵਿੱਚ ਗੁਰੂ ਦਾ ਹੁਕਮ ਮੰਨਿਆ, ਦੁਨੀਆ ਦੇ ਲੋਕਾਂ ਨੂੰ ਗੁਰੂ ਦੇ ਦਰਸਾਏ ਹੋਏ ਰਾਹ ਤੇ ਤੋਰਿਆ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਕਹਿੰਦੇ, ਦੁਨੀਆ ਦੇ ਅਗਿਆਨੀ, ਦੁਨੀਆ ਦੇ ਮੂਰਖ ਲੋਕ ਉਹਨਾਂ ਦੀ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ, ਪਰ ਭਾਵਨਾ ਵਾਲੇ ਉਹਨਾਂ ਦੇ ਦਰ ਦੇ ਉੱਪਰ ਆਣ ਕੇ ਸੀਸ ਝੁਕਾਉਣਗੇ ਹੀ ਝੁਕਾਉਣਗੇ। ਕਿਉਂ? ਸਤਿਗੁਰੂ ਦਾ ਇੱਕ ਹੋਰ ਪਾਵਨ ਬਚਨ ਹੈ, ਵਾਹੋ ਵਾਹੋ ਕਰਹਿ ਤੇਈ ਜਨ ਸੋਹਣੇ, ਤਿਨ ਕਉ ਪਰਜਾ ਪੂਜਨ ਆਏ। ਜਿਹੜੇ ਆਪ ਪਰਮੇਸ਼ਰ ਦਾ ਨਾਮ ਜਪਦੇ, ਕੋਲ ਆਏ ਹੋਏ ਜਿਹੜੇ ਸਿੱਖ ਹਨ, ਜਿਹੜੇ ਲੋਕ ਹਨ, ਉਹਨਾਂ ਨੂੰ ਮਾੜੇ ਕੰਮਾਂ ਤੋਂ ਵਿਵਰਜਿਤ ਕਰਕੇ ਗੁਰੂ ਦੇ ਰਾਹ ਵਾਲੇ ਤੋਰਦੇ, ਪਰਮੇਸ਼ਰ ਦਾ ਨਾਮ ਜਪਣ ਕਰਨ ਦੇ ਵਾਸਤੇ ਕਹਿੰਦੇ ਹਨ, ਤਾਂ ਗੁਰਬਾਣੀ ਦਾ ਇਹ ਅਟਲ ਫੈਸਲਾ ਹੈ। ਜਿਹੜੇ ਐਸੇ ਹਨ, ਤਿਨ ਕਉ ਪਰਜਾ ਪੂਜਨ ਆਈ। ਪਰਜਾ ਦਰ ਤੇ ਸੰਸਾਰ ਦੇ ਲੋਕ ਉਹਨਾਂ ਨੂੰ ਪੂਜਣ ਵਾਸਤੇ ਆਉਣਗੇ ਹੀ ਆਉਣਗੇ, ਉਹਨਾਂ ਦੀਆਂ ਵਰਸ਼ੀਆਂ ਮਨਾਉਣਗੇ ਹੀ ਮਨਾਉਣਗੇ। ਦੁਨੀਆ ਦੇ ਲੋਕ ਜੋ ਕੁਛ ਮਰਜ਼ੀ ਕਹੀ ਜਾਣ, ਪਰ ਉਹ ਹੁਕਮ ਸ਼ਬਦ, ਉਸ ਦੀ ਡੈਫੀਨੇਸ਼ਨ ਕੀ ਹੈ, ਉਸ ਦੀ ਉਦਾਹਰਨ ਕੀ ਹੈ, ਉਸ ਦੀ ਵਿਆਖਿਆ ਕੀ ਹੈ। ਮੈਂ ਆਪ ਜੀ ਨੂੰ ਬਚਨ ਕਿਹਾ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਉੱਪਰ ਬਖਸ਼ਿਸ਼ ਕੀਤੀ। ਇਹ ਬਖਸ਼ਿਸ਼ ਪ੍ਰਾਪਤ ਕਿਵੇਂ ਹੋਈ? ਆਪ ਇਤਿਹਾਸ ਪੜੋ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖ ਕਰਨ ਲੱਗਦੇ ਹਨ, ਜੇ ਲੋਟਾ ਚੱਕੜ ਦੇ ਵਿੱਚ ਡਿੱਗਦਾ ਹੈ ਤੇ ਮਹਾਰਾਜ ਕਹਿੰਦੇ, ਪੁੱਤਰ ਸ੍ਰੀ ਚੰਦ ਜੀ, ਲੋਟਾ ਚੱਕਰ ਦੇ ਵਿੱਚ ਡਿੱਗ ਪਿਆ, ਇਸ ਨੂੰ ਕੱਢੋ। ਤਾਂ ਸਤਿਗੁਰੂ ਦਾ ਸੁਪੁੱਤਰ ਕਹਿੰਦਾ, ਮਹਾਰਾਜ ਪਿਤਾ ਜੀ, ਆਪਾਂ ਨੂੰ ਲੋਟਿਆਂ ਦਾ ਘਾਟਾ, ਚੱਕੜ ਦੇ ਵਿੱਚ ਡਿੱਗਾ ਹੋਇਆ ਹੀ ਲੋਟਾ ਚੁੱਕਣਾ ਹੈ। ਅਨੇਕਾਂ ਸਿੱਖ ਸੰਗਤਾਂ ਤੁਹਾਡੇ ਚਰਨਾਂ ਦੇ ਵਿੱਚ ਆਉਂਦੀਆਂ, ਮਨਸੁਖ ਵਰਗੇ ਸ਼ਾਹੂਕਾਰ ਔਰ ਦੁਨੀਆ ਦੇ ਵੱਡੇ ਵੱਡੇ ਰਿਆਸਤਾਂ ਦੇ ਰਾਜੇ, ਉਹ ਤੁਹਾਡੇ ਚਰਨਾਂ ਦੇ ਪੁਜਾਰੀ ਹਨ। ਕੁੱਲ ਕਾਇਨਾਤ ਤੁਹਾਡੇ ਚਰਨਾਂ ਦੇ ਵਿੱਚ ਝੁਕਦੀ ਹੈ। ਤੁਹਾਨੂੰ ਚਿੱਕੜ ਦੇ ਵਿੱਚ ਡਿੱਗਾ ਹੋਇਆ ਲੋਟਾ ਵਰਤਣ ਦੀ ਕੀ ਲੋੜ? ਜਿਹਨੂੰ ਮਰਜ਼ੀ ਕਹਿ ਦਿਓ, ਤੁਹਾਨੂੰ ਨਵਾਂ ਲੋਟਾ ਲਿਆਣ ਦੇਵੇਗਾ। ਪਰ ਜਦੋਂ ਭਾਈ ਲਹਿਣੇ ਨੂੰ ਬਚਨ ਕਿਹਾ, ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਇੰਨਾ ਹੀ ਬਚਨ ਕਿਹਾ, ਭਾਈ ਲਹਿਣਿਆ ਮਹਾਰਾਜ ਨੂੰ ਕਹਿਤਾ 7 ਬਚਨ। ਕਿਉਂਕਿ ਹੁਕਮ ਉਹ ਨਹੀਂ, ਗੱਲ ਧਿਆਨ ਦੇ ਨਾਲ ਸੁਣਿਓ। ਅਸੀਂ ਵੀ ਕਹਿੰਦੇ ਆ ਜੀ, ਅਸੀਂ ਹੁਕਮ ਮੰਨਦੇ ਹਾਂ ਗੁਰੂ ਦਾ। ਹੁਕਮ ਉਹ ਨਹੀਂ ਵੀ ਜਿਹੜਾ ਗੱਲ ਕਹੀ ਹੋਈ, ਜੋ ਸਤਿਗੁਰੂ ਨੇ ਬਚਨ ਕਿਹਾ ਹੈ, ਉਹਨੂੰ ਚੰਗੀ ਤਰ੍ਹਾਂ ਸੁਣ ਲਿਆ, ਤੇ ਸੁਣ ਕੇ ਜੇ ਤੇ ਸਾਡੇ ਲਾਭ ਦੀ ਹੋਈ, ਜੇ ਤੇ ਸਾਨੂੰ ਉਸ ਬਚਨ ਚੋਂ ਕੋਈ ਲਾਭ ਮਿਲਦਾ ਹੋਇਆ, ਤਾਂ ਤੇ ਉਹ ਜ਼ਿੰਦਗੀ ਦੇ ਵਿੱਚ ਐਕਸੈਪਟ ਕਰ ਲਈ, ਧਾਰ ਲਈ। ਤੇ ਜੇ ਨਹੀਂ ਲਾਭ ਮਿਲਦਾ ਤੇ ਛੱਡਤੀ, ਤੇ ਜੇ ਲਾਭ ਮਿਲਦੇ ਹੋਏ ਕਾਰਨ ਕਰਕੇ ਧਾਰ ਲਈ, ਤੇ ਅਸੀਂ ਕਹੀਏ ਅਸੀਂ ਗੁਰੂ ਦਾ ਹੁਕਮ ਮੰਨ ਲਿਆ। ਭਲਿਆ ਨਹੀਂ, ਇਹ ਹੁਕਮ ਦੀ ਡੈਫੀਨੇਸ਼ਨ ਨਹੀਂ ਹੈ। ਬਿਨਾਂ ਲਾਭ ਹਾਨੀ ਵਿਚਾਰੇ ਤੋਂ ਗੁਰੂ ਦਾ ਬਚਨ ਆਪਣੇ ਜੀਵਨ ਦੇ ਵਿੱਚ ਕਮਾਉਣਾ, ਉਹਨੂੰ ਕਹਿੰਦੇ ਹਨ ਗੁਰੂ ਦਾ ਹੁਕਮ ਮੰਨਣਾ। ਮੈਨੂੰ ਗੁਰੂ ਦਾ ਬਚਨ ਮੰਨਣ ਦੇ ਨਾਲ ਲਾਭ ਮਿਲੇਗਾ ਜਾਂ ਸਰੀਰ ਨੂੰ ਹਾਨੀ ਪ੍ਰਾਪਤ ਹੋਵੇਗੀ, ਇਸ ਗੱਲ ਦੀ ਆਪਣੇ ਦਿਮਾਗ ਦੇ ਵਿੱਚ ਵਿਚਾਰ ਵੀ ਨਾ ਲਿਆਓ। ਲਾਭ ਹਾਨੀ ਵਿਚਾਰੇ ਤੋਂ ਬਿਨਾਂ ਗੁਰੂ ਦਾ ਬਚਨ ਕਮਾਉਣਾ, ਇਹਨੂੰ ਕਹਿੰਦੇ ਇਹ ਸਿੱਖ ਗੁਰੂ ਦਾ ਹੁਕਮ ਮੰਨਣ। ਕਿਹਾ ਸੀ ਨਾ ਭਾਈ ਲਹਿਣੇ ਨੂੰ, ਕਰਤਾਰਪੁਰ ਦੀ ਧਰਤੀ ਦੇ ਉੱਪਰ ਜਦੋਂ ਪਹਿਲੋਂ ਬਾਬਾ ਸ਼੍ਰੀ ਚੰਦ ਨੂੰ ਕਿਹਾ, ਉਹ ਪੁੱਤਰਾ ਆ ਚੜ ਦਰਖਤ ਦੇ ਉੱਪਰ ਇਸ ਨੂੰ ਹਲੂਣਾ ਦੇ, ਇਸ ਤੇ ਮਠਿਆਈਆਂ ਗਿਰਨਗੀਆਂ। ਤੇ ਬਾਬਾ ਸ਼੍ਰੀ ਚੰਦ ਕਹਿ ਲਗਾ, ਮਹਾਰਾਜ 60 ਤੋਂ ਤਾਂ ਤੁਹਾਡੀ ਉਮਰ ਹੋ ਗਈ ਹੈ। ਤੇ ਸਿਆਣੇ ਲੋਕ ਕਹਿੰਦੇ ਹਨ ਵੀ 60 ਤੋਂ ਉੱਪਰਲੀ ਜਿਹੜੀ ਉਮਰ ਹੈ ਬੁਢੇਪੇ ਵਾਲੀ ਹੈ। ਤੇ ਆਪ ਸਿਆਣੇ ਹੋ, ਕਦੇ ਕਿਕਰਾਂ ਤੋਂ ਮਠਿਆਈਆਂ ਵੀ ਡਿੱਗਦੀਆਂ। ਤੁਹਾਨੂੰ ਤੇ ਦੁਨੀਆ ਦੇ ਲੋਕਾਂ ਨੇ ਮਖੌਲ ਕਰਨਾ
ਮੈਨੂੰ ਵੀ ਇਹ ਗੱਲ ਕਹਿਣਗੇ ਉਹ ਚਲੋ ਉਹ ਤੇ ਨੌਜਵਾਨ ਸੀ, ਗੁਰੂ ਨਾਨਕ ਦੇਵ ਜੀ ਦਾ ਪੁੱਤਰ, ਉਸਦੀ ਤੇ ਮਤ ਕੰਮ ਕਰਦੀ ਸੀ ਨਾ। ਜਦੋਂ ਬਾਬੇ ਲਹਿਣੇ ਨੂੰ ਕਿਹਾ ਕਿ ਪੁਰਖਾ ਚੜ੍ਹ ਇਸ ਕਿਕਰ ਦੇ ਦਰਖਤ ਦੇ ਉੱਪਰ ਮਠਿਆਈਆਂ ਗਿਰਨਗੀਆਂ, ਭਾਈ ਲਹਿਣੇ ਨੇ ਕਦਮ ਪੁੱਟਿਆ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਉਹ ਭਾਈ ਲਹਿਣਿਆ, ਕਿਕਰਾਂ ਤੋਂ ਮਠਿਆਈਆਂ ਅੱਜ ਤੱਕ ਡਿੱਗਦੀਆਂ ਦੇਖੀਆਂ? ਭਾਈ ਲਹਿਣਾ ਕਹਿਣ ਲੱਗਾ, ਦੇਖੋ ਹੁਕਮ ਦੀ ਉਦਾਹਰਨ ਕੀ ਹੈ। ਭਾਈ ਲਹਿਣਾ ਕਹਿਣ ਲੱਗਾ, ਬਾਬਾ ਸ਼੍ਰੀ ਚੰਦ ਜੀ, ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਕਿੱਕਰ ਦੇ ਉੱਪਰੋਂ ਮਠਿਆਈਆਂ ਡਿੱਗਣ ਜਾਂ ਨਾ ਡਿੱਗਣ, ਇਹ ਤੇ ਗੁਰੂ ਦੀ ਮਰਜ਼ੀ ਹੈ। ਪਰ ਮੈਂ ਸਿੱਖ ਹਾਂ, ਮੈਨੂੰ ਮੇਰੇ ਸਤਿਗੁਰੂ ਨੇ ਜੋ ਹੁਕਮ ਕੀਤਾ ਹੈ, ਸਿੱਖ ਹੋਣ ਦੇ ਬਾਬਤ ਉਹ ਜਿਹੜਾ ਮੈਂ ਹੁਕਮ ਹੈ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ। ਗੁਰਬਾਣੀ ਆਪ ਪੜ੍ਹਦੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਹੋਵੇਗਾ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨ। ਜੋ ਗੁਰੂ ਕਹਿੰਦਾ ਹੈ ਭਲਾ ਜਾਣ ਕੇ, ਚੰਗਾ ਜਾਣ ਕੇ ਉਸ ਨੂੰ ਜੀਵਨ ਦੇ ਵਿੱਚ ਮੰਨ ਲਓ। ਐਵੇਂ ਗੁਰੂ ਦੇ ਦਰਸਾਏ ਹੋਏ ਜਿਹੜੇ ਰਾਹ ਦੇ ਉੱਪਰ ਤੁਸੀਂ ਤੁਰਨਾ, ਜਾਂ ਇੰਨਾ ਬਚਨ ਕਮਾਇਆ ਤਾਂ ਇਤਿਹਾਸ ਦੇ ਵਿੱਚ ਔਰ ਗੁਰੂ ਕੀ ਬਾਣੀ ਨੇ ਇਹ ਬਚਨ ਕਹਿ ਰਾਮ ਕਲੀ ਕੀ ਵਾਰ ਦੇ ਵਿੱਚ, ਸਿੱਖਾਂ ਪੁੱਤਰਾਂ ਭੋਖ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ ਤਾਂ ਲੈਣਾ ਟਿਕੇ ਹੋਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਵੀ ਪਰਖ ਕੀਤੀ ਤੇ ਛੱਡੇ ਪਾਸੇ ਪੁੱਤਰ ਵੀ ਨਹੀਂ ਮਾਰੇ, ਇਹਨੇ ਪੁੱਤਰਾਂ ਦੀ ਵੀ ਪਰਖ ਕੀਤੀ। ਤੇ ਜਦੋਂ ਪੁੱਤਰਾਂ ਤੇ ਸਿੱਖਾਂ ਦੀ ਪਰਖ ਕੀਤੀ, ਉਸ ਪਰਖ ਦੇ ਵਿੱਚੋਂ ਪਾਸ ਹੋਏ ਭਾਈ ਲਹਿਣਾ ਜੀ, ਤਾਂ ਉਹਨਾਂ ਨੂੰ ਗੁਰਤਾ ਗੱਦੀ ਦੇ ਵਾਰਸ ਬਣਾ ਦਿੱਤਾ, ਜਾਂ ਸੁਦੋਸ਼ ਤਾਂ ਲਹਿਣਾ ਟਿਕੇ ਹੋ। ਐਵੇਂ ਹੈ, ਇੰਨਾ ਪ੍ਰਸੰਨ ਹੁੰਦਾ ਹੈ ਸਤਿਗੁਰੂ ਜਿਹੜਾ ਸਿੱਖ ਆਪਣੇ ਗੁਰੂ ਦਾ ਹੁਕਮ ਆਪਣੇ ਜੀਵਨ ਦੇ ਵਿੱਚ ਕਮਾਉਂਦਾ ਹੈ। ਸਮਾਂ 10 ਮਿੰਟ ਬਾਕੀ ਹੈ। ਆਰੰਭੇ ਹੋਏ ਪ੍ਰਕਰਨ ਦੀ ਮੈਂ ਸੰਪੂਰਨਤਾ ਕਰਾਂ। ਭਾਈ ਧੰਨਾ ਸਿੰਘ ਸਰੀਰ ਦਾ ਲਿਬਾਸ ਨਹੀਂ ਦੇਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਸਿਜਦਾ ਕੀਤਾ ਹੈ, ਸਿਰ ਝੁਕਾਇਆ ਹੈ। ਕਿਆ ਮਹਾਰਾਜ ਹੁਕਮ? ਮਹਾਰਾਜ ਕਹਿਣ ਲੱਗੇ, ਭਾਈ ਧੰਨਾ ਸਿੰਘਾ, ਇਹ ਕਵਿਤਾ ਉਚਾਰੀ ਹੈ ਚੰਦਨ ਨੇ ਤੇ ਇਸ ਦੇ ਅਰਥ ਤੂੰ ਕਰਨੇ ਹਨ। ਸਿੱਖ ਜਾਣ ਗਿਆ ਕਿ ਸਤਿਗੁਰੂ ਇਸ ਕਵੀ ਦਾ ਹੰਕਾਰ ਨਾ ਚਾਹੁੰਦੇ, ਜਿਹੜਾ ਵਿਦਿਆ ਦਾ ਫਤੂਰ ਇਸ ਦੇ ਦਿਮਾਗ ਨੂੰ ਪਾਗਲ ਕਰੀ ਫਿਰਦਾ। ਨਮਸਕਾਰ ਕੀਤੀ। ਕਿਆ ਮਹਾਰਾਜ, ਆਪ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖੋ। ਆਪ ਗੂੰਗਿਆਂ ਤੋਂ ਗਿਆਨ ਕਰਵਾਉਣ ਵਾਲੇ ਹੋ, ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਹੋ, ਰਹਿਮਤ ਕਰੋ ਆਪ। ਤੇ ਚੰਦਨ ਨੂੰ ਕਿਹਾ, ਚੰਦਨਾ ਉਚਾਰ ਕਵਿਤਾ। ਚੰਦਨ ਨੇ ਉਸ ਵੇਲੇ ਕਵਿਤਾ ਉਚਾਰੀ ਜੋ ਸਾਡੇ ਇਤਿਹਾਸ ਦੇ ਵਿੱਚ ਲਿਖੀ ਮਿਲਦੀ ਹੈ। ਨਵ ਸਾਤ ਪੀਏ ਨਵ ਸਾਤ ਕੀਏ, ਨਵ ਸਾਤ ਪੀਏ ਨਵ ਸਾਤ ਪੈ ਆਏ, ਨਵ ਸਾਤ ਰਚੇ ਨਵ ਸਾਤ ਵਧੇ, ਨਵ ਸਾਤ ਪਿਆ ਪੈ ਦਾਇਕ ਪਾਏ, जीत कला नव सातन की नव सातन के मुख अंचल छाए, मानो चांद के चंदन में कब चंदन चांद कलेवर छाए। हुण वाकया ये समझनी बड़ी औखी है, पर धन भाई धन्ना सिंह जिस दे सिर दे उपर मैं पहलों बचन गुरु की बाणी दे विचों सुना रहा है, ताहे कहाँ प्रवाह काहू की जाके बसीस धरियो गुर हाथ। श्रीमान संत ज्ञानी जरनैल सिंह जी खालसा पिंडरा वाले महापुरुष, उन्होंने दा जीवन पढ़ो। इवें कह लीए कि संसार भर दा सारियां दे नालों बड़ा वकील जिसनों जेठ मलानी कहंदे, जे कोई फैसला करावे ना ते ओहदा असीं प्रमाण दिंदे, तू बड़ा जेठ मलानी बनिया फिरदा। भारत दी सरकार ने सोचिया सी
कि जेड़े बोल जेठ मलानी कवेगा उन्हां दा उत्तर संत जरनैल सिंह जी दे कोल नहीं होवेगा। चर्चा करन दे वास्ते श्री अमृतसर साहिब जी दी धरती दे उपर भेजा। जो चर्चा है असी विद्यालय दे विच अज तो 4 साल पहलों वो पुस्तकां जो अंग्रेजी दे विच लिखी सी बराड़ ने उसकी पंजाबी दे विच करके छुपवाई की सी और सिख संगतां दे तक प्रचारी सी। जिन्हों जिस संत नूं दुनिया दे लोग आतवादी कहंदे उस संत दा जीवन कैसा सी। की कारण के सारी हिंद सतान सरकार उन्होंने शहीद करन दे उपर तुली हुई सी। उस वेले जेठ मलानी ने पहला सवाल किया, जी तुसी संत हो? ते संत जरनैल सिंह कहन लगे, नहीं मैं गुरु दा सिख हाँ। अगला सवाल किया, दुनिया दे लोग तुहानू संत कहंदे? ते संत जी कह लगे, जेड़े कहंदे हन उन्हां नू पुछो जाके, ये सवाल तुहाडा मेरे ऊपर नहीं करना बनता। अगला बोल क्या कि तुसी अपने पास इन्ने हथियार बंद सिंघां दी फौज रखी हुई है, तुहानू पता नहीं हथियारां दे नाल अशांति फैलदी है, शांति भंग हुंदी है। ते महापुरुष कह लगे, फिर जिन्नी बार्डरां दे उपर फौज दी सेना लाई है सारी हथियार बंद ही है। जे हथियार बंद फौज दे नाल अशांति फैलदी है ते सारे बार्डर तो फौज पिछां हटा दो, लो उन्हां दे हथियार ते शांति रहेगी। तुसी शांति नूं प्राप्त करन दे वास्ते, भारत दी शांति नूं प्राप्त करन दे वास्ते क्यों बंदूकां चुक करके बार्डरां दे उपर फौजियां दीयां जानां नूं तबाह कर रहे हो? ते उस वेले जदों सारियां गल्लां दे विच निरुत्तर होया ते होर ते उस नूं कहना ना आया। कह लगे बहुत चलाक हैं, भी अपने आप को चलाक समझदा सी ना, भी जेड़ी मेरे को विद्या ओदी विद्या मैं ते बड़े बड़े कोर्टां दे विच जाना ते जेड़े बड़े बड़े वकील हैं उन्हां दी बोलती बंद करवा देना। पर जदों महापुरखां दे सामने आया, पुछया सी भी किन्ना पढ़िया, कहंदे 10 तो थां ठाई रहा वा। इनू जितना की औखा, ये नाल विचार का चर्चा की करनी औखी। पर जदों विचार चर्चा की कन्ना नू हाथ लो जो ला के नमस्कार करके उठिया। इवें जिहदे सिर दे उपर गुरु दा हाथ होवे ना, दुनिया दे वड्डे वड्डे आलम फाजल गुरसिखो ओदे अगे गोडे टेकदे। फिर वचन ध्यान दे नाल सुनियो। कवि धन्ना सिंह दे सामने चंदन कवि अपनी कविता कहंदा है, जिस दे अर्थ करा, नव सात तीए नव सात किए नव सात पिए नव सात पया। भाई धन्ना सिंह कह लगा, जेड़ी तू कविता उचारी है ये गुरु आशे दे मुताबिक नहीं। इसका जेड़ा सिद्धांत है वह गुरु घर दे नाल मेल नहीं खांदा, क्योंकि ऐसियां कवितावां मन दे विच विकारां दी उत्पत्ति करदियां। पर मैं सिख हां, मेरे गुरु ने कहा है कि इस कविता दे अर्थ करने, तां मैं सिख संगत दे विच करन लगा। कह लगे, तू लिखदा नव सात तीए 9 ते 7 16 सालां दी एक जवान इस्त्री है, नौजवानी भर नौजवान है। नव सात किए 16 ही श्रृंगार उसने शरीर के उपर किए हुए हैं। ग्रंथां दे विच उन्हां 16 श्रृंगारां दा जिक्र भी आउंदा है। नव सात पिए नव सात पै आए, ओदा 16 सालां दा जवान पति 16 महीनों बाद किते काम काज तो वापस आया। नव सात रचे नव सात बधे नव सात पिया पै दायक पाए। उन्हें उचारिया, सोचा कि 16 महीने हो गए बाहर घरों काम काज करन दे वास्ते गया है। जदों कहंदा सी मेरे नाल चौपड़ खेलदा सी, शतरंज खेलदा सी, पर हुण मैं लगातार खेडी है खेड, इनू 16 महीने हो गए
ਇਹਦੇ ਨਾਲ ਜਿੱਤ ਕੇ ਤੇ ਇਸ ਨੂੰ ਸ਼ਤਰੰਜ ਦੀ ਬਾਜੀ ਦੇ ਵਿੱਚੋਂ ਮੈਂ ਹਰਾਉਣੀ ਹਾਂ। ਜਦੋਂ ਦਾ ਰਚੇ ਜਿਹੜੀਆਂ ਉਹ ਨਰਦਾਂ ਦੀ ਚਾਲ ਚੱਲੀ ਉਹ ਹਾਰ ਗਈ। ਨਵਸਾਤ ਪਿਆ ਪੈ ਦਾਇਕ ਪਾਏ, 16 ਹੀ ਦਾ ਖਾਏ ਖੇਡੇ ਗਏ, 16 ਹੀ ਦਾ ਖਾ ਲੈ ਤੇ ਪਤੀ ਦਾ ਇੱਕ ਵੀ ਜਿਹੜਾ ਸ਼ਤਰੰਜ ਸੀ ਉਹ ਨਾ ਮਰਿਆ। ਫਿਰ ਜਿਸ ਵੇਲੇ ਦੇਖਿਆ ਸੋਚਿਆ ਤੇ ਸੀ ਵੀ ਮੈਂ ਪਤੀ ਨੂੰ ਹਰਾਵਾਂਗੀ, ਪਰ ਹਾਰ ਆਪ ਗਈ। ਤੇ ਉਸ ਵੇਲੇ ਚੰਦਨ ਕਹਿਣ ਨੂੰ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ ਆਖਰ ਤੇ ਭਲਾ ਕੀ ਲਿਖਿਆ, ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਫਿਰ ਸ਼ਰਮ ਦੀ ਮਾਰੀ ਹੋਈ ਉਸ ਪਤੀ ਦੀ ਔਰਤ ਨੇ ਜਿਹੜੀ ਆਪਣੀ ਪਤੀ ਦੇ ਕੋਲੋਂ ਸ਼ਤਰੰਜ ਦੀ ਬਾਜੀ ਹਾਰ ਗਈ ਹੈ, ਮੂੰਹ ਠਾਂ ਸੁੱਟ ਲਿਆ। ਜਿਵੇਂ ਬੱਦਲਾਂ ਦੇ ਵਿੱਚ ਅੱਧਾ ਚੰਨ ਲੁਕ ਜਾਂਦਾ ਹੈ, ਇਵੇਂ ਆਪਣੇ ਪਤੀ ਦੇ ਸਾਹਮਣੇ ਅੱਧਾ ਘੁੰਡ ਕੱਢ ਲਿਆ। ਮਹਾਰਾਜ ਕਹਿਣ ਲੱਗੇ ਓਏ ਚੰਦਨਾ ਜਿਹੜੀ ਕਵਿਤਾ ਉਚਾਰੀ ਸੀ ਉਸ ਦੇ ਅਰਥ ਧੰਨਾ ਸਿੰਘ ਨੇ ਸਹੀ ਕੀਤੇ। ਕਹਿਣ ਲੱਗਾ ਹਾਂ ਮਹਾਰਾਜ। ਅੱਧਾ ਹੰਕਾਰ ਮਨ ਦੇ ਵਿੱਚੋਂ ਟੁੱਟ ਗਿਆ। ਮਹਾਰਾਜ ਬੜੇ ਪ੍ਰਸੰਨ ਹੋਏ ਭਾਈ ਧੰਨਾ ਸਿੰਘ ਦੇ ਉੱਪਰ ਤੇ ਸੰਗਤ ਦੇ ਵਿੱਚ ਉਚਾਰਿਆ ਕਿ ਹੁਣ ਕਵਿਤਾ ਭਾਈ ਧੰਨਾ ਸਿੰਘ ਉਚਾਰੇਗਾ ਤੇ ਉਸ ਦੇ ਅਰਥ ਕਵੀ ਚੰਦਨਾ ਤੂੰ ਕਰੇ। ਮੈਂ ਪਾਵਨ ਕਿਉਂਕਿ 3 ਕੁ ਮਿੰਟ ਬਾਕੀ ਹਨ, ਇੱਕ ਕਵਿਤਾ ਕਹਿ ਕਰਕੇ ਉਸ ਤੋਂ ਬਾਅਦ ਸੰਪੂਰਨਤਾ ਕਰਾਂ। ਭਾਈ ਧੰਨਾ ਸਿੰਘ ਨੇ ਕਵਿਤਾ ਉਚਾਰੀ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ, ਜਲ ਬਾਹਰ ਪਾਏ ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ, ਤਨ ਤਾਪ ਕੇ ਆਏ ਪੀय मरे पिय के परसे कबहू न मरे, प्रदेश सिधाए गूढ़ में बात कही दिजराज विचार सके ना बिना चित लाए। महाराज कह लगे चंदना अर्थ कर, ते चंदन कहंदा महाराज अर्थ की करा, ये तुहाडा कवि ते कही जा रहा है भी मीन मरे जल के परसे कबहू ना मरे, तन बाहर पाए भी मच्छी जदों पानी च सुट दईए मर जाती है, जदों पानी चो बाहर कढ़ दईए वो चंगी भली हो जाती है। पानी च कहंदा तड़फदी है ते पानी चो बाहर कढ़ीए ते चंगी भली रहिंदी है। ते कविता ही उल्टो उचारी जा, क्योंकि उन्होंने हंकार गरूर सी ना भी इनू तो आउंदा ही कुछ नहीं, ये कविता कितों उचार दो, जिन्हें पिंगल शास्त्र पढ़िया नहीं वो कविता किवें उचारे। इन्हें तो कहंदा भी हाथी जदों शराब पी ले मर जाता है, जदों कक्की कीड़ी लड़े ताप चढ़े उदों मरदा ही नहीं। ਜਿਹੜੀ ਪਤੀਵ੍ਰਤਾ ਧਰਮ ਵਾਲੀ ਇਸਤਰੀ ਹੈ ਉਹਦੇ ਕੋਲ ਪਤੀ ਘਰ ਹੋਵੇ ਤੇ ਉਹ ਚੰਗੀ ਉਹ ਮਰ ਜਾਂਦੀ ਹੈ, ਪਰ ਜਦੋਂ ਪਰਦੇਸ ਚਲੇ ਜਾਵੇ ਤੇ ਉਹ ਜਿਉਂਦੀ ਰਹਿੰਦੀ ਹੈ। ਐਵੇਂ ਹੋ ਸਕਦਾ ਹੈ? ਧੰਨਾ ਸਿੰਘ ਨੂੰ ਕਿਹਾ ਕਵਿਤਾ ਤੂੰ ਗਲਤ ਉਚਾਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਭਾਈ ਧੰਨਾ ਸਿੰਘ ਸਿੱਖ ਸੀ, ਕਿਹਾ ਮਾਰੇ ਮੈਨੂੰ ਤੇ ਕੁਛ ਆਉਂਦਾ ਨਹੀਂ, ਇਹ ਸਾਰਿਆਂ ਨੂੰ ਪਰ ਮੈਂ ਤੇ ਘਾਹ ਵੱਢਣ ਵਾਲਾ ਦਾਤਰੀ ਫੜ। ਤੁਹਾਡੀ ਕਿਰਪਾ ਹੋਵੇ, ਤੁਹਾਡੀ ਕਿਰਪਾ ਦੇ ਨਾਲ ਮੇਰੇ ਸਿਰ ਦੇ ਉੱਪਰ ਹੱਥ ਹੋਵੇ ਤੁਹਾਡੀ ਕਿਰਪਾ ਦਾ, ਤੇ ਮੈਂ ਕਵਿਤਾ ਉਚਾਰਾਂ। ਤੁਹਾਡੀ ਕਿਰਪਾ ਦੇ ਨਾਲ ਉਚਾਰਨ ਕੀਤੀ ਹੋਈ ਕਵਿਤਾ ਗਲਤ ਹੋ ਸਕਦੀ ਹੈ? ਚੰਦਨ ਗੁੱਸੇ ਦੇ ਵਿੱਚ ਕਹਿਣ ਲੱਗਾ, ਕਿਉਂਕਿ ਹੰਕਾਰ ਟੁੱਟਿਆ ਨਿਮੋ ਚੂਣਾ, ਕਹਿ ਲੱਗੇ ਫਿਰ ਕਰ ਅਰਥ ਇਸ ਦੇ। ਕਹਿਣ ਲੱਗੇ ਚੰਦਰਾ ਮੈਂ ਤੈਨੂੰ ਆਖਰੀ ਪੰਕਤੀ ਦੇ ਵਿੱਚ ਕਿਹਾ ਸੀ ਵੀ ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਤੇਰਾ ਮਨ ਅਸ਼ਾਂਤ ਹੈ, ਤੇਰੇ ਮਨ 'ਚ ਅਜੇ ਵੀ ਕੁਛ ਹੰਕਾਰ ਹੈ, ਤੂੰ ਚੇਤੀ ਨਹੀਂ ਲਾਇਆ, ਮਨ ਹੀ ਲਈ ਲਾਇਆ। ਇਸ ਵਾਸਤੇ ਤੂੰ ਕਵਿਤਾ ਦਾ ਜੇ ਸਹੀ ਮੈਨੇ ਨਹੀਂ ਸੀ ਕਰ। ਮੈਂ ਤੇ ਇਹ ਬੋਲ ਕਿਹਾ ਕਿ ਮੀਨ ਮਰੇ ਜਲ ਕੇ ਪਰਸੇ, ਜਿਹੜੀ ਮੱਛੀ ਉਹ ਪਾਣੀ ਦੇ ਨਾਲ ਪਰਸਨ ਕਰਕੇ ਸਪਰਸ਼ ਕਰਨ ਦੇ ਨਾਲ ਮਰ ਜਾਂਦੀ ਹੈ। ਤੇ ਪ੍ਰਸ਼ਨ ਹੈ ਅਗਲਾ ਕਿਹਾ ਕਬਹੂ ਨਾ ਮਰੇ, ਇੰਨੀ ਉੱਤਰ ਹੈ ਵੀ ਪਾਣੀ 'ਚ ਜਿੰਨੀ ਮਰਜੀ, ਕਿਉਂਕਿ ਗੁਰਬਾਣੀ ਦਾ ਬਚਨ ਹੈ ਜਿਉਂ ਅਧਿਕੋ, ਜਿਵੇਂ ਵੱਧ ਹੋਵੇ ਤਿਉਂ ਸੁੱਖ ਕਰਾਂ। ਪਾਣੀ ਉਨਾ ਹੀ ਮੱਛੀ ਨੂੰ ਸੁੱਖ ਹੁੰਦਾ। ਮਨ ਤਨ ਸ਼ਾਂਤ ਸਰੀਰ, ਫਿਰ ਮਰਦੀ ਕਿਵੇਂ ਹੈ? ਤਨ ਬਾਹਰ ਪਾਏ ਪਾਣੀ ਤੋਂ ਬਾਹਰ ਕੱਢ ਦਈਏ ਤੇ ਮਰ ਜਾਂਦੀ ਹੈ। ਐਵੇਂ ਹਾਥੀ ਮਰੇ ਮਦ ਕੇ ਪਰਸੇ, ਵੀ ਹਾਥੀ ਨੂੰ ਸ਼ਰਾਬ ਪਿਆ ਦਈਏ ਤੇ ਮੰਨ ਜਾਈਏ ਮਰ ਜਾਂਦਾ। ਆਪ ਇਤਿਹਾਸ ਪੜਿਆ ਹੋਵੇਗਾ, ਮਣਾ ਮੂੰਹ ਸ਼ਰਾਬ ਪਿਆ ਕਰਕੇ ਤੇ ਆਨੰਦਪੁਰ ਸਾਹਿਬ ਦਰਵਾਜ਼ਾ ਤੋੜਨ ਦੇ ਵਾਸਤੇ ਕਿਲੇ ਦਾ ਹਾਥੀ ਨੂੰ ਲਿਆਂਦਾ ਗਿਆ।
ਕਹਿੰਦੇ ਕਬੂ ਨਾ ਸ਼ਰਾਬ ਪੀਣ ਦੇ ਨਾਲ ਹਾਥੀ ਨਹੀਂ ਮਰਦਾ, ਮਰੇ ਤਨ ਤਾਪ ਕੇ ਆਏ। ਜਦੋਂ ਕੀੜੀ ਲੜਦੀ ਤਾਪ ਆਉਂਦਾ ਉਦੋਂ ਮਰ ਜਾਂਦੇ। ਪਤੀ ਵਰਤ ਧਰਮ ਵਾਲੀ ਇਸਤਰੀ ਕੀ ਮਰੇ ਪੀ ਕੇ ਪਰਸੇ, ਉਹ ਆਪਣੇ ਪਤੀ ਦੇ ਮਿਲਾਪ ਕਰਕੇ ਮਰ ਜਾਂਦੀ ਹੈ। ਨਹੀਂ ਉਹਨੂੰ ਚਾਹ ਹੁੰਦਾ ਹੈ ਕਬੂ ਨਾ ਮਰੇ, ਕਦੀ ਨਹੀਂ ਮਰਦੀ। ਮਰਦੀ ਕਦੇ ਉਹ ਪਰਦੇਸ ਸਿਧਾਏ, ਜਦੋਂ ਪਰਦੇਸ ਚਲੇ ਜਾਵੇ ਉਸ ਦੇ ਵਿਯੋਗ ਵਿਛੋੜੇ ਚ ਮਰਦੀ ਹੈ। ਮਹਾਰਾਜ ਮੁਸਕਰਾਉਂਦੇ ਹੋਏ ਕਹਿ ਲੱਗੇ ਚੰਦਨਾ ਕਵਿਤਾ ਸਹੀ ਅਰਥ ਕੀਤੇ ਤੇ ਕਵਿਤਾ ਵੀ ਸਹੀ ਉਚਾਰੀ ਹੈ, ਕੋਈ ਗਲਤੀ ਤੇ ਨਹੀਂ। ਮਨ ਦਾ ਹੰਕਾਰ ਨਿਵਰਤ ਹੋ ਗਿਆ, ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਿਆ। ਇਹ ਆ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ। ਮੈਂ ਤੁਹਾਨੂੰ ਇਹ ਬਚਨ ਸੁਣਾ ਤਾਂ ਸੁਣਾਇਆ ਕਿਉਂਕਿ ਕਵੀਸ਼ਰ ਸਿੰਘ ਇਸੇ ਪ੍ਰਕਰਨ ਦੇ ਨਾਲ ਸੰਬੰਧਨ ਆਪ ਜੀ ਨੂੰ ਗੁਰ ਇਤਿਹਾਸ ਸਰਵਣ ਕਰਾ ਰਹੇ ਸੀ। ਮੈਂ ਪ੍ਰਕਰਨ ਤੇ ਕੁਝ ਹੋਰ ਸੋਚਿਆ ਸੀ, ਪਰ ਸਿੰਘਾਂ ਨੇ ਭਾਈ ਸਾਹਿਬ ਜੀ ਦੇ ਸਤਿਕਾਰਯੋਗ ਭਰਾਤਾ ਮੇਰੇ ਨਾਲ ਵੀ ਆਏ ਹਨ, ਭਾਈ ਅਮਰੀਕ ਸਿੰਘ ਜੀ ਨੇ। ਉਹ ਗੱਡੀ ਦੇ ਵਿੱਚ ਵੀ ਉਹ ਇੱਕ ਸਿੰਘ ਕਹਿਣ ਲੱਗਾ ਗਿਆਨੀ ਜੀ ਅੱਜ ਕੀ ਸੁਣਾਉਣਾ, ਤੇ ਉਹਨਾਂ ਨੇ ਕਿਹਾ ਵੀ ਜੋ ਗੁਰੂ ਨੇ ਆਪ ਹੀ ਕਵਾ ਲੈਣਾ, ਜੋ ਮੈਂ ਹੋਰ ਕੁਝ ਸੋਚ ਕੇ ਆਇਆ ਸੀ, ਪਰ ਸਤਿਗੁਰੂ ਦੀ ਜੋ ਮਰਜ਼ੀ। ਕਿਉਂਕਿ ਸਾਡੇ ਵਿੱਚ ਔਕਾਤ ਨਹੀਂ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਡੀ ਕੀ ਔਕਾਤ ਹੈ, ਜਿਵੇਂ ਗੁਰੂ ਬੁਲਾਉਂਦਾ ਹੈ ਉਵੇਂ ਅਸੀਂ ਬੋਲਦੇ। ਗੁਰਬਾਣੀ ਨੇ ਕਿਹਾ ਖਲ ਚਤੁਰ ਬਕੀਤਾ, ਮੂਰਖਾਂ ਨੂੰ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚੋਂ ਗਿਆਨ ਮਿਲਦਾ। ਐਸੇ ਦੀਨ ਦਿਆਲ ਗਰੀਬ ਨਿਵਾਜ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਲਾਲ ਚੰਦ ਬ੍ਰਾਹਮਣ ਦੇ ਹੰਕਾਰ ਨੂੰ ਤੋੜਨ ਦੇ ਵਾਸਤੇ ਛੱਜੂ ਚੀਵਰ ਤੇ ਸਿਰ ਤੇ ਛਟੀ ਰੱਖੀ, ਤੇ ਉਸ ਵੇਲੇ ਕਿਹਾ ਕਿ ਕਿਹੜੇ ਸ਼ਸਤਰ ਦੇ ਦੁਆਰਾ ਮੇਰੇ ਨਾਲ ਵਿਚਾਰ ਕਰਨੀ। ਸ਼ਲੋਕ ਉਚਾਰੇ ਭਾਈ ਛੱਜੂ ਨੇ ਉਸ ਦੇ ਅਰਥ ਕੀਤੇ, ਪਰ ਜਦੋਂ ਭਾਈ ਛੱਜੂ ਨੇ ਸ਼ਲੋਕ ਉਚਾਰੇ ਲਾਲ ਚੰਦ ਨਿੰਮੋ ਝੂਣਾ ਹੋ ਕੇ ਅਗਲੇ ਪਾਸੇ ਬੈਠ ਗਿਆ। ਮੇਰੇ ਕੋਲ ਸਮਾਂ ਨਹੀਂ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਵਡਿਆਈ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਆਪ ਪੜ੍ਹਦੇ ਹੋ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸਾਰੇ ਸੰਸਾਰ ਜਿੰਨਾ ਜਗਤ ਹੈ ਅੱਜ ਕੋਨੇ ਕੋਨੇ ਦੇ ਉੱਪਰ ਪ੍ਰਗਟ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰ ਘਰ ਦੇ ਸੇਵਕ ਬਣਾਉਣ, ਸਾਨੂੰ ਵੀ ਗੁਰਸਿੱਖੀ ਬਖਸ਼ਣ, ਜਿਨ੍ਹਾਂ ਦੇ ਪਵਿੱਤਰ ਯਾਦਾਂ ਦੇ ਵਿੱਚ ਅਸੀਂ ਜੁੜ ਮਿਲ ਬੈਠੇ ਹਾਂ। ਅਦੀਬ ਕਹਿੰਦਾ ਜਿਨ ਕੀ ਯਾदें ਮਨਾਤੇ ਹੋ ਉਨ ਕੀ ਬਾतें ਵੀ ਮਾਨੋ, ਬਾतें ਮਾਨੋਗੇ ਤਾਂ ਯਾदें ਮਨਾਈ ਸਹਿਲੀ ਹੋ। ਯਾਦਾਂ ਅਸੀਂ ਉਹਨਾਂ ਦੀਆਂ ਮਨਾ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਰੋਕਿਆ ਕਿ ਘਰਾਂ ਦੇ ਵਿੱਚ ਕੁੱਕੜ ਵੱਢ ਕੇ ਨਹੀਂ ਖਾਣੇ। ਮੈਂ ਪੰਜਾਬੀ ਭਾਸ਼ਾ ਦੇ ਵਿੱਚ ਘਰਾਂ ਦੇ ਵਿੱਚ ਸੂਰ ਮਾਰ ਕੇ ਨਹੀਂ ਖਾਣੇ, ਘਰਾਂ ਦੇ ਵਿੱਚ ਸ਼ਰਾਬਾਂ ਕੱਢ ਕੇ ਨਹੀਂ ਪੀਣੀਆਂ, ਇਹੋ ਗੱਲਾਂ ਕਹੀਆਂ ਨੇ। ਉਸ ਮਹਾਂਪੁਰਖ ਨੇ ਕਿਹਾ ਕਦੀ ਵੀ ਮੇਰੀ ਫੋਟੋ ਨੂੰ ਨਹੀਂ ਪੂਜਣਾ। ਤੇ ਅਸੀਂ ਅੱਜ ਜੇ ਉਹਨਾਂ ਦੇ ਸੇਵਕ ਸਦਵਾਉਂਦੇ ਹੋਏ ਕਬਰਾਂ ਨੂੰ ਪੂਜੀ ਜਾਈਏ, ਮਾਰ ਮਾਰ ਕੇ ਜੀਵ ਹੱਤਿਆ ਕਰੀ ਜਾਈਏ, ਕੁੱਕੜ ਵੱਢ ਕੇ ਖਾਈ ਜਾਈਏ, ਸ਼ਰਾਬਾਂ ਪੀ ਜਾਈਏ, ਤੇ ਸਾਡੀ ਦੁਰਦਸ਼ਾ ਹੀ ਹੈ ਨਾ। ਜਿਨ੍ਹਾਂ ਦੀ ਯਾਦ 'ਚ ਬੈਠੇ ਆ ਉਹਨਾਂ ਦੇ ਬਚਨ ਮੰਨੋ, ਨਸ਼ਿਆਂ ਵਿਸ਼ਿਆਂ ਦਾ ਘਰਾਂ 'ਚੋਂ ਤਿਆਗ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਕੋਟਾਨ ਕੋਟ ਸ਼ੁਕਰ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਆਪ ਸਮੂਹ ਸਾਧ ਸੰਗਤ ਦਾ ਬੜੀ ਭਾਵਨਾ ਦੇ ਨਾਲ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਵਿਚਾਰ ਕੀਤੀ, ਸਰਵਣ ਕੀਤੀ ਹੈ, ਦਾਸ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ, ਅੱਗੇ ਤੋਂ ਸਮਤ ਬਖਸ਼ਣੀ, ਅਸੀਸ ਬਖਸ਼ਿਓ। ਰਹਿੰਦੇ ਸਵਾਸਾਂ ਤੱਕ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰ ਸਕੀਏ। ਅਸੀਸ ਬਖਸ਼ਦੇ ਹੋਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।